ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ। ਤੇ ਭਾਈ ਅੱਜ ਤੁਹਾਡਾ ਲਾਉਣ ਜਾ ਰਿਹਾ ਭਾਈ ਬਾਰਡ ਅਟੈਂਡੈਂਟ ਦਾ ਲੈਕਚਰ ਨੰਬਰ 2 ਪਹਿਲਾ। ਠੀਕ ਹੈ, ਪਹਿਲਾ ਲੈਕਚਰ ਨੰਬਰ ਕਿਹੜੀ ਕਲਾਸ ਦਾ? ਇਹ ਹੈਗਾ ਭਾਈ ਆਪਣਾ GK ਦਾ। ਤੁਹਾਡੇ ਮੈਂ 3 ਪਲੇ ਲਿਸਟਾਂ ਬਣਾ ਦਿੰਦਾ। 3 ਪਲੇ ਲਿਸਟਾਂ ਬਣਨਗੀਆਂ ਤੁਹਾਡੀਆਂ ਬਾਰਡ ਅਟੈਂਡੈਂਟ ਦੀਆਂ। ਕਿਹੜੀਆਂ? ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰੋ ਭਾਈ, ਫਿਰ ਸ਼ੇਅਰ ਕਰੋ, ਫਿਰ ਆਪਣੇ ਚੈਨਲ ਨੂੰ ਕੀ ਕਰੋ, ਸਬਸਕ੍ਰਾਈਬ ਕਰੋ। ਬਾਰਡ ਅਟੈਂਡੈਂਟ ਦੀ ਪਹਿਲੀ ਲਿਸਟ ਜਿਹੜੀ ਬਣੂਗੀ ਪਲੇ ਲਿਸਟ ਉਹਦਾ ਬਣੂਗੀ ਹੋਮ ਬੇਸਡ ਹੌਸਪੀਟਲ ਐਂਡ ਹੋਮ ਬੇਸਡ। ਠੀਕ ਹੈ, ਹੌਸਪੀਟਲ ਐਂਡ ਹੋਮ ਬੇਸਡ ਦੇ ਲੈਕਚਰ ਲੱਗਣਗੇ। ਜਿਹੜੀ ਦੂਸਰੀ ਪਲੇ ਲਿਸਟ ਬਣੂਗੀ ਉਹਦੇ ਵਿੱਚ ਲੱਗਣਗੇ ਤੁਹਾਡੇ GK ਦੇ ਲੈਕਚਰ। ਇਸ ਤੋਂ ਬਾਅਦ ਜਿਹੜੀ ਤੀਸਰੀ ਪਲੇ ਲਿਸਟ ਬਣੂ ਉਹ 'ਚ ਲੱਗਣਗੇ ਤੁਹਾਡੇ ਸਾਇੰਸ ਦੇ ਲੈਕਚਰ। ਠੀਕ ਹੈ, ਇਹ 3 ਸਬਜੈਕਟ ਆ ਭਾਈ ਤੁਹਾਡੇ। ਠੀਕ ਹੈ, ਕਿਤੇ ਵੀ ਤੁਹਾਨੂੰ ਐਕਸਟਰਾ ਬੁੱਕ ਲੈਣ ਦੀ ਲੋੜ ਨਹੀਂ, ਕਿਤੇ ਵੀ ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ, ਬਸ ਤੁਸੀਂ ਇਹ ਲੈਕਚਰ ਲਾਉਂਦੇ ਰਹੋ, ਤੁਹਾਡਾ ਪੇਪਰ 100% ਕਲੀਅਰ ਹੋ ਜਾਊਗਾ। ਠੀਕ ਹੈ ਜੀ, ਚਲੋ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ। ਵੀਡੀਓ ਨੂੰ ਸਾਰੇ ਬੱਚਿਆਂ ਨੇ ਧਿਆਨ ਨਾਲ ਦੇਖਣਾ ਹੈਗਾ। ਜਿਹੜੀਆਂ ਚੀਜ਼ਾਂ ਕਰਵਾਈਆਂ ਹੋਈਆਂ ਪਹਿਲਾਂ ਪੰਜਾਬ ਪੁਲਿਸ ਵਾਲੇ ਬੱਚਿਆਂ ਨੂੰ, ਉਹਨਾਂ ਦਾ ਸੌਖਾ ਗਾ। ਠੀਕ ਹੈ, ਉਹਨਾਂ ਦਾ ਸਾਰਾ ਕੁਝ ਡਿਟੇਲ 'ਚ ਕਰਵਾਇਆ ਹੋਇਆ। ਠੀਕ ਹੈ, ਜਿਹੜੇ ਬੱਚੇ ਨਵੇਂ ਹੈ ਉਹ ਭਾਈ ਦੇਖ ਲੈਣ ਸਮਾਰ ਕੇ। ਦੇਖੋ ਜੀ, ਸਭ ਤੋਂ ਪਹਿਲਾਂ ਜਿਹੜਾ ਆਪਰੇਸ਼ਨ ਆਇਆ ਇਹ ਹੈਗਾ ਆਪਰੇਸ਼ਨ ਪਲੀਟੀ ਦਾ। ਤੁਹਾਨੂੰ ਮੈਂ ਘੱਟੋ ਘੱਟ 1000 MCQ ਕਰਵਾਊਂਗਾ। ਠੀਕ ਹੈ, ਘੱਟੋ ਘੱਟ 1000 MCQ ਕਰਵਾਊਂਗਾ ਅਤੇ ਪੇਪਰ ਇਹਨਾਂ ਦੇ ਵਿੱਚੋਂ ਹੀ ਆਊਗਾ, ਇੰਨੀ ਤੁਹਾਡੇ ਨਾਲ ਗਰੰਟੀ ਹੈ ਆਪਣੀ। ਠੀਕ ਹੈ ਜੀ, ਦੇਖੋ ਸਭ ਤੋਂ ਪਹਿਲਾਂ ਜਿਹੜਾ ਆਪਰੇਸ਼ਨ ਉਹ ਹੈਗਾ ਭਾਰਤੀ ਸੰਵਿਧਾਨ ਦੇ ਵਿੱਚ ਕਿਸੇ ਅਨੁਛੇਦ ਦੇ ਵਿੱਚ ਧਾਰਮਿਕ ਆਜ਼ਾਦੀ ਪ੍ਰਦਾਨ ਕੀਤੀ ਗਈ ਹੈ। ਇਹ ਗੱਲ ਕੀਤੀ ਇਹਨਾਂ ਨੇ ਫੰਡਾਮੈਂਟਲ ਰਾਈਟਸ ਦੀ। ਕਿਹਦੀ ਗੱਲ ਕੀਤੀ ਹੈ? ਫੰਡਾਮੈਂਟਲ ਰਾਈਟਸ ਦੀ ਗੱਲ ਕੀਤੀ ਹੈ। ਫੰਡਾਮੈਂਟਲ ਰਾਈਟਸ ਨੂੰ ਆਪਾਂ ਕੀ ਕਹਿੰਦੇ ਨੇ ਪੰਜਾਬੀ ਦੇ ਵਿੱਚ? ਮੌਲਿਕ ਅਧਿਕਾਰ। ਕਿੰਨੇ ਮੌਲਿਕ ਅਧਿਕਾਰ ਆਪਣੇ? ਪਹਿਲਾਂ 7 ਹੁੰਦੇ ਸੀ ਅਤੇ ਹੁਣ ਕਿੰਨੇ ਨੇ? ਹੁਣ ਆਪਣੇ ਹੈਗੇ 6। ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਮੌਲਿਕ ਅਧਿਕਾਰ ਕਿੱਥੋਂ ਤੋਂ ਕਿੱਥੋਂ ਤੱਕ ਹੈ? 12 ਤੋਂ ਲੈ ਕੇ 35 ਤੱਕ। ਕਿਹੜੇ ਭਾਗ 'ਚ ਆਉਂਦੇ ਆ? ਤੀਜੇ ਭਾਗ 'ਚ ਆਉਂਦੇ ਆ। ਠੀਕ ਹੈ ਜੀ, ਤੀਜੇ ਭਾਗ ਦੇ ਵਿੱਚ ਆਉਂਦੇ ਆ, 12 ਤੋਂ ਲੈ ਕੇ 35 ਤੱਕ ਨੇ। ਓਕੇ, ਇਸ ਤੋਂ ਬਾਅਦ ਇਹ ਕਹਿੰਦੇ ਜਿਹੜੀ ਇਹ ਧਾਰਮਿਕ ਆਜ਼ਾਦੀ ਹੈ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ? ਦੇਖੋ ਆਪਾਂ ਪੜ੍ਹ ਕੇ ਗਏ, ਇੱਕ ਤੁਹਾਨੂੰ ਕਰਵਾ ਕੇ ਗਿਆ ਸੀ 14 ਤੋਂ 18। ਉਹਦੇ ਵਿੱਚ ਕੀ ਸੀ ਦੱਸੋ? ਜਿਹਦੇ 'ਚ ਕੀ ਸੀ? ਉਹ 'ਚ ਸਮਾਨਤਾ ਦਾ ਅਧਿਕਾਰ। ਠੀਕ ਹੈ, ਸਮਾਨਤਾ ਦਾ ਅਧਿਕਾਰ। ਇਸ ਤੋਂ ਬਾਅਦ 18 ਤੋਂ 22 ਤੱਕ ਪੜ੍ਹਿਆ ਸੀ ਆਪਾਂ ਆਜ਼ਾਦੀ ਦਾ ਅਧਿਕਾਰ, ਰਾਈਟ ਟੂ ਫਰੀਡਮ। ਇਸ ਤੋਂ ਬਾਅਦ 23 ਤੋਂ 24 ਪੜ੍ਹਿਆ ਸੀ ਆਪਾਂ ਸ਼ੋਸ਼ਣ ਵਿਰੁੱਧ ਅਧਿਕਾਰ। ਠੀਕ ਹੈ, ਇਸ ਤੋਂ ਬਾਅਦ ਆ ਗਿਆ ਸੀ 25 ਤੋਂ 28, ਇਹ ਹੈਗਾ ਸੀ ਆਪਣਾ ਧਾਰਮਿਕ ਅਧਿਕਾਰ, ਜਿਹਨੂੰ ਆਪਾਂ ਰਾਈਟ ਟੂ ਰਿਲੀਜਨ ਕਹਿ ਦਿੰਦੇ ਹਾਂ, ਰਾਈਟ ਟੂ ਰਿਲੀਜਨ ਕਹਿ ਦਿੰਦੇ ਹਾਂ। ਠੀਕ ਹੈ, ਤਾਂ ਕਰਕੇ ਆਹ ਆਪਸ਼ਨ ਤਾਂ ਐਲੀਮੀਨੇਟ ਹੋ ਗਈ, ਇਹ ਵੀ ਐਲੀਮੀਨੇਟ ਹੋ ਗਈ, ਇਹ ਵੀ ਐਲੀਮੀਨੇਟ ਹੋ ਗਈ। ਕਿਹੜੀ ਰਹੇਗੀ ਮਗਰ? 25 ਤੋਂ ਲੈ ਕੇ 28 ਤੱਕ। ਇਹ ਹੈਗੀ ਹੈ ਭਾਈ ਆਪਣੀ ਕੀ ਆ? ਫੰਡਾਮੈਂਟਲ ਰਾਈਟ। ਫੰਡਾਮੈਂਟਲ ਰਾਈਟ ਦੇ ਵਿੱਚ ਧਾਰਮਿਕ ਆਜ਼ਾਦੀ ਇਹਦੇ ਵਿੱਚ ਆ ਜਾਂਦੀ ਹੈ। ਠੀਕ ਹੈ, ਇਸ ਤੋਂ ਬਾਅਦ 29 ਤੇ 30 ਵੀ ਹੁੰਦੇ ਆ। ਇਹਦੇ ਵਿੱਚ ਮਨਿਓਰਟੀਆਂ ਬਾਰੇ ਗੱਲ ਆ ਜਾਂਦੀ ਹੈ। ਜਿਹੜੀਆਂ ਆਪਣੀਆਂ ਮਨਿਓਰਟੀਆਂ ਹੁੰਦੀਆਂ, ਜਿਵੇਂ ਸਾਈ ਮਨਿਓਰਟੀ ਹੋ ਗਈ, ਸਿੱਖ ਮਨਿਓਰਟੀ ਹੋ ਗਈ, ਹਿੰਦੂ ਮਨਿਓਰਟੀ ਹੋ ਗਈ, ਉਹਦੇ ਬਾਰੇ ਗੱਲਾਂ ਆ ਜਾਂਦੀਆਂ। ਠੀਕ ਹੈ, ਇਹਦੇ ਬਾਰੇ ਆਪਾਂ ਨੂੰ ਇੰਨੇ ਡਿਟੇਲ 'ਚ ਦੇਖਣ ਦੀ ਲੋੜ ਨਹੀਂ, ਬਸ ਜਿਹੜਾ ਕੁਛ ਕਰਵਾਈ ਜਾਂਦਾ ਉਹੀ ਪੇਪਰ ਦੇ ਵਿੱਚ ਮਿਲੂਗਾ ਤੁਹਾਨੂੰ। ਠੀਕ ਹੈ, ਅਤੇ ਇਹਦਾ ਆਨਸਰ ਹੈਗਾ D ਨੰਬਰ ਆਪਸ਼ਨ। PDF ਤੁਹਾਨੂੰ ਇਹਦਾ ਮੈਂ ਪ੍ਰੋਵਾਈਡ ਕਰਵਾ ਦੂੰਗਾ। ਇਸ ਤੋਂ ਬਾਅਦ ਅਗਲਾ ਆਪਰੇਸ਼ਨ ਜਾਤੀਵਾਦ ਤੋਂ ਕੀ ਭਾਵ ਹੈ? ਜਾਤੀਵਾਦ ਆਪਣੇ ਜ਼ਿਆਦਾਤਰ ਜਾਤੀਵਾਦ ਹੀ ਚੱਲਦਾ। ਫਲਾਨਾ ਜੀ ਮਜ਼੍ਹਬੀ ਸਿੱਖ ਹੈ, ਫਲਾਨਾ ਜੀ ਜੱਟ ਸਿੱਖ ਹੈ, ਫਲਾਨਾ ਜੀ ਹਿੰਦੂ ਸਿੱਖ ਹੈ। ਠੀਕ ਹੈ, ਇਹ ਗੱਲਾਂ ਆਪਣੇ ਆਮ ਚੱਲਦੀਆਂ। ਕਹਿੰਦੇ ਜਾਤੀਵਾਦ ਸ਼ਬਦ ਤੋਂ ਭਾਵ ਕੀ ਹੈ? ਸਮਾਜਿਕ ਸਮਾਨਤਾ, ਸਮਾਜਿਕ ਅਸਮਾਨਤਾ, ਏਕਤਾ ਕਿ ਕੋਈ ਨਹੀਂ। ਦੇਖੋ, ਜੇ ਤਾਂ ਸਮਾਜਿਕ ਸਮਾਨਤਾ ਹੁੰਦੀ, ਜਿਹੜਾ ਸਮਾਜਿਕ ਸਮਾਨਤਾ ਹੁੰਦੀ ਫਿਰ ਤਾਂ ਆਪਣੇ ਜਾਤੀਵਾਦ ਹੋਣੀ ਨਹੀਂ ਸੀ, ਕਿਉਂਕਿ ਸਮਾਜ ਨੂੰ ਸਾਰੇ ਸਮਾਜ ਨੂੰ ਸਮਾਨ ਸਮਝਣਾ, ਫਿਰ ਤਾਂ ਜਾਤੀਵਾਦ ਹੈ ਨਹੀਂ ਸੀ। ਜਾਤੀਵਾਦ ਹੀ ਉੱਥੇ ਪੈਦਾ ਹੁੰਦੀ ਹੈ ਜਿੱਥੇ ਆਪਣੇ 'ਚ ਕੀ ਹੁੰਦੀ ਹੈ? ਅਸਮਾਨਤਾ ਹੁੰਦੀ ਹੈ। ਜਾਤੀਵਾਦ ਹੀ ਉੱਥੇ ਸ਼ੁਰੂ ਹੁੰਦਾ ਜਿੱਥੇ ਆਪਣੇ 'ਚ ਕੀ ਹੁੰਦੀ ਹੈ ਬੱਚਿਓ? ਅਸਮਾਨਤਾ ਹੁੰਦੀ ਹੈ। ਤਾਂ ਕਰਕੇ ਆਪਾਂ ਕੀ ਕਰਨਾ ਗਾ? ਇਹਦਾ ਆਨਸਰ ਹੈਗਾ ਗਾ ਸਮਾਜਿਕ ਅਸਮਾਨਤਾ ਜਿਹੜੀ ਉਹੀ ਕਾਸ ਨੂੰ ਜਨਮ ਦਿੰਦੀ ਹੈ, ਜਾਤੀਵਾਦ ਨੂੰ ਜਨਮ ਦਿੰਦੀ ਹੈ। ਠੀਕ ਹੈ ਬੱਚਿਓ, ਜਿਹੜੇ ਬੱਚੇ ਲੈਕਚਰ ਲਾਏ ਜਾਣਗੇ ਉਹਨਾਂ ਦੇ ਪੇਪਰ ਦੀ ਗਰੰਟੀ ਲੈਂਦਾ ਕਲੀਅਰ ਹੋ ਜਾਊਗਾ। ਬਸ ਧਿਆਨ ਨਾਲ ਲਾਓ। ਚਲੋ ਮੈਂ ਜਿਵੇਂ ਤੁਹਾਨੂੰ ਇਕੱਲੀ ਚੀਜ਼ ਸਮਝਾ ਕੇ ਕਲੀਅਰ ਕਰ ਦਾਂਗਾ। ਠੀਕ ਹੈ, B ਨੰਬਰ ਆਪਸ਼ਨ ਆਨਸਰ ਪਿਆ। ਇਸ ਤੋਂ ਬਾਅਦ ਭਾਰਤ ਦੇ ਵਿੱਚ ਕਿੰਨੇ ਲੋਕ ਅਨਪੜ੍ਹ ਹਨ? ਕਿਉਂਕਿ 8ਵੀਂ ਬੇਸ 'ਤੇ ਪੇਪਰ ਇਹੋ ਜਿਹੇ ਪ੍ਰਸ਼ਨ ਤੁਹਾਨੂੰ ਦੇਖਣ ਨੂੰ ਮਿਲਣਗੇ। ਭਾਰਤ ਦੇ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਅਨਪੜ੍ਹ ਹਨ?
दसो बच्चों किन्ने परसेंट लोग अनपढ़ है? 34.62, 36.0, 65.23, 30.21। तो जेडे बच्चे ने भाई जो आंसर लाया गा ए नंबर ऑप्शन, उनका आंसर बिल्कुल सही है। 34.62% लोग है जोड़े अपने भारत के अनपढ़ है। ठीक है जी, तो यह आंसर है ए नंबर ऑप्शन। इस तो बाद अगला, भारतीय संविधान के कुल कितनी भाषावां नूं मानता दी गई है? कहते 22 भाषावां, 23, 24 कि 21। सब तो पहले तो आंसर देख लो आप भाई, भारतीय संविधान के 22 भाषावां शामिल है। एक तो गल ये होगी। दूसरी गल जी 22 भाषावां, इन्हां बारे चर्चा किहड़ी शेड्यूल दे विच, किहड़े शेड्यूल दे विच जां किहड़ी अनुसूची दे विच कीती गई है, ये प्रश्न पूछ सकते हैं। तो भाषावां बारे भाई जां शेड्यूल, अनुसूची नूं शेड्यूल कह दिंदे इंग्लिश दे विच। ठीक है, तो ये जिहड़ी भाषावां बारे चर्चा की गई है भाई 8वीं सूची दे विच। किहड़ी सूची दे विच पुत्रो? 8वीं सूची दे विच इहदे बारे गल की गई है। दूसरी गल, जिहड़ी अपनी अंग्रेजी भाषा हैगी, इंग्लिश भाषा जिहड़ी अपनी, वो इन्हां 22 भाषावां दे विच नहीं आउंदी। ठीक है, वो अपनियां 22 भाषावां दे विच नहीं आउंदी, ये गल याद रखनी है। एक प्रश्न होर बड़ा पूछा जाता पेपर दे विच, जिहड़ा नागालैंड अपना, ਉਹਦੀ ऑफिशियल लैंगुएज की हैगी? ऑफिशियल लैंगुएज की है नागालैंड की? तो वह हैगी भाई इंग्लिश, ये गल याद रखनी है। ठीक है जी, तो तमिलनाडु की ऑफिशियल लैंगुएज की है? तमिल, ये गल याद रखनी है। तो अपनी राष्ट्रीय भाषा किहड़ी है? राष्ट्रीय भाषा किहड़ी है अपनी? राष्ट्रीय भाषा अपनी हैगी है भाई हिंदी, ये गल भी याद रखें, जिन्होंने आप मासी भी कह दें। ठीक है, तो 22 भाषावां भाई आंसर दसता तुहानूं। 22 भाषावां हैगियां जिहड़ियां नाल फैक्ट दित्ते वो भी याद करने है। किहड़ियां जातां नूं अनुसूचित जातां दे विच ना, अनुसूचित जातां दा नाम दिता गया है? कहते जरनल नूं, BC नूं, दलित जातां की कोई नहीं। देखो बच्चों, जिहड़ियां अपनी अनुसूचित जातां SC ST उन्हां नूं दलित के नाम नाल संबोधन किया जाता, पर यह गल मैं गलत समझदा, क्योंकि किसी नूं जात के आधार पर वंडना बहुत सब तो वड्डी गलत तो यही है। मैं तो ये कहना कि जात पात का सिस्टम खत्म करना चाहिए। इन्हूं सब तो ज़्यादा जो जात पात है सरकारी फैला रही हैं, नौकरियों के कोटा करता, उत्थे ही भेदभाव बच्चों के होना शुरू हो जाता। ठीक है, तो जात पात का काम ही निबेड़ते हैं, सारे एको जिहा करन कि सारे भाई एको जे है, कोई नीवा नहीं कोई उच्चा नहीं, सारे एको जिहा दर्जा दिता जाए। तो दलित जातां नूं भाई अनुसूचित जातां का नाम दिता गया है। इस तो बाद जिहड़े वकील सरकार के हक में केस लड़ते हैं उन्होंने की कहा जाता है? मान लो आप सरकार से कोई रिट पाती, सरकार से कोई केस करता, आप प्राइवेट वकील कर लेंगे होंगे, तो प्राइवेट ऑप्शन तो कट्टी गई, वो तो आप करांगे प्राइवेट वकील तो। ठीक है, पर जिहड़ी सरकार वालों जिहड़े केस लड़े जाते उधरले पासों जिहड़ा केस लड़िया जाऊगा वो वकीलों की कहा जाता? कहते लिमिटेड वकील कहा जाता। नो लिमिटेड वकील किवें कह देंगे आप? सरकारी वकील के सरकारी चोणकारी। तो भाई जो केस सरकार वालों कोई वकील लड़ूगा उन्होंने कहांगे आप सरकारी वकील। ओके जी, हुण चलते हैं भागड़े ते। आम लोक हितां नूं मुख रख के कोई व्यक्ति जिसका मुकदमे नाल कोई भी संबंध ना होवे अदालत विच मुकदमा कर सकता है। अजिहे मुकदमे नूं की कहा जाता है? ठीक है जी, ये मुकदमे नूं की कहा जाता है? कहते जनहित मुकदमा, सरकारी मुकदमा, फौजदारी के दीवानी। तो जिहड़ा ये मुकदमा हो भाई इनू कहा जाऊगा जनहित, ये गल याद रखनी है। ठीक है जी, प्रश्न याद कर लो। इस तो बाद किस भाषा नूं साडी राष्ट्रीय भाषा होने का दर्जा प्राप्त है? ये प्रश्न तुहानूं करवा के गयागा। गुजराती नाल तो कोई संबंध ही नहीं, कोई नहीं नाल भी कोई संबंध नहीं। पंजाबी ते हिंदी दे विच कंपीटीशन रह गया। पंजाबी तो अपनी माँ भाषा भाई, ये सिर्फ पंजाब बोली जाती है, पर हिंदी है कि अपनी राष्ट्रीय भाषा जिहड़ी अपने सारे राष्ट्र दे विच बोली जाती है। एक गुरदास मान का बयान आया सी, गुरदास मान ने बयान दिता सी कि सारे अपने मुल्क की एक भाषा होनी चाहिए है, दिता सी ना बयान। उन्हें कोई गलत बयान नहीं दिता सी। अपने लोग ना थोड़े जिहे रिएक्ट वध कर जाते चीज़ के विच, जिहड़ी कोई गल उन्हें गलत कही वो गलत, जिहड़ी सही कही उन्हें सही कही। उन्हें ये गल कही सी कि जिहड़ा भाई अपना हिंदुस्तान है, हिंदुस्तान की अपने एक राष्ट्र भाषा होनी चाहिए है। राष्ट्र भाषा की होनी चाहिए? हिंदी होनी चाहिए है। देखो हुण आपां सारे इंडिया के घूमण फिरन वग जाइए, हुण करनाटक के विच लोग कन्नड़ बोलते हैं, तमिलनाडु के लोग तमिल बोलते हैं। ठीक है, वैस्ट बंगाल के इधर हाँ वैस्ट बंगाल वाले लोग बंगाली बोलते हैं। ठीक है, नागालैंड के लोग इंग्लिश बोलते हैं। तो जे हुण आपां किसी स्टेट के घूमण फिरन जाना तो उत्थों की भाषा तो अपनी भाषा के दिन रात का फर्क है। तो इन्ने आपां हाई फाई है नहीं कि आपां अंग्रेजी कर लगे।
ਹੁਣ ਅੰਗਰੇਜ਼ੀ ਕਿਹੜਾ ਤਮਿਲ ਵਾਲੇ ਨੂੰ ਆਉਂਦੀ ਹੋਊਗੀ। ਉਹਦਾ ਗੁਰਦਾਸ ਮਾਨ ਦਾ ਕਹਿਣਾ ਮਤਲਬ ਇਹ ਸੀ ਕਿ ਭਾਈ ਸਾਰੇ ਰਾਸ਼ਟਰ ਦੀ ਇੱਕ ਅਲੱਗ ਭਾਸ਼ਾ ਹੋਣੀ, ਪੰਜਾਬੀ ਤਾਂ ਪੰਜਾਬ 'ਚ ਚੱਲਣੀ ਹੈ ਕਿ ਇੱਕ ਹਿੰਦੀ ਵੀ ਇੱਕ ਇਹੋ ਜਿਹੀ ਭਾਸ਼ਾ ਹੋਣੀ ਚਾਹੀਦੀ ਕਿ ਆਪਾਂ ਕਿਤੇ ਵੀ ਜਾਣਾ ਕਿ ਸਾਰੇ ਲੋਕਾਂ ਨੂੰ, ਸਾਰੇ ਜਿੰਨੀਆਂ ਸਟੇਟਾਂ ਆਪਣੇ ਸਾਰਿਆਂ ਨੂੰ ਇਹ ਹਿੰਦੀ ਭਾਸ਼ਾ ਲਾਜ਼ਮੀ ਕਰਨੀ ਚਾਹੀਦੀ ਹੈ ਸਾਰੀਆਂ ਸਟੇਟਾਂ ਦੇ ਵਿੱਚ। ਆਪਣੇ ਤਾਂ ਪੰਜਾਬ 'ਚ ਲਾਜ਼ਮੀ ਹੈਗੀ ਹੈ ਕਿ ਉੱਥੇ ਸਾਰੀਆਂ ਸਟੇਟਾਂ ਦੇ ਵਿੱਚ ਲਾਜ਼ਮੀ ਹੋਣੀ ਚਾਹੀਦੀ ਕਿ ਕੱਲ੍ਹ ਨੂੰ ਜੇ ਕੋਈ ਬੰਦਾ ਕਿਸੇ ਪ੍ਰੋਬਲਮ 'ਚ ਫਸਦਾ ਤਾਂ ਉਹ ਉਹਦੀ ਸਲਿਊਸ਼ਨ ਦੱਸ ਸਕੇ ਹਿੰਦੀ ਭਾਸ਼ਾ ਦੇ ਵਿੱਚ। ਇਹ ਮਤਲਬ ਸੀ ਉਹਦੇ ਕਹਿਣ ਦਾ ਮਤਲਬ। ਪਰ ਆਪਣੇ ਲੋਕ ਥੋੜ੍ਹੇ ਤੁਹਾਨੂੰ ਪਤਾ ਕਿ ਜ਼ਿਆਦਾ ਰਿਐਕਟ ਕਰਦੇ ਆ ਹਰੇਕ ਚੀਜ਼ 'ਤੇ। ਇਸ ਤੋਂ ਬਾਅਦ ਆ ਗਿਆ ਅੱਗੇ, ਜਨ ਉਪਯੋਗੀ ਸੇਵਾਵਾਂ ਤੋਂ ਕੀ ਭਾਵ ਹੈ। ਜਨ ਉਪਯੋਗੀ ਆਰਥਿਕ ਵਿਕਾਸ ਤੋਂ, ਸਮਾਜਿਕ ਵਿਕਾਸ ਤੋਂ, ਅਰਥ ਸ਼ਾਸਤਰ ਵਿਕਾਸ ਤੋਂ, ਕਿ ਆਮਦਨੀ ਵਿਕਾਸ ਤੋਂ। ਕਹਿੰਦੇ ਜਿਹੜੀ ਜਨ ਉਪਯੋਗੀ ਸੇਵਾਵਾਂ ਹੁੰਦੀਆਂ ਇਹਨਾਂ ਦਾ ਕੀ ਭਾਵ ਹੈ। ਦੇਖੋ ਆਰਥਿਕ ਵਿਕਾਸ ਤਾਂ ਆ ਹੀ ਨਹੀਂ ਸਕਦਾ, ਠੀਕ ਹੈ। ਆਰਥਿਕ ਨਾਲ ਤਾਂ ਆਪਣੇ ਮਨੀ ਜੁੜ ਗਈ, ਪੈਸਾ ਜੁੜ ਗਿਆ। ਅਰਥ ਸ਼ਾਸਤਰ ਇਹ ਪੋਲਿਟੀ ਨਾਲ ਸੰਬੰਧਿਤ ਆ ਗਿਆ, ਆਮਦਨੀ ਨਾਲ ਵੀ ਕੋਈ ਸੰਬੰਧ ਨਹੀਂ। ਜਿਹੜਾ ਜਨ ਉਪਯੋਗੀ ਸੇਵਾਵਾਂ ਹੁੰਦੀਆਂ ਹੈਗੀਆਂ, ਜਿਵੇਂ ਕੋਈ ਜਨ ਉਪਯੋਗੀ ਸੇਵਾਵਾਂ ਕਿਸੇ ਨੇ ਕੋਈ ਮਤਲਬ ਵਾਟਰ ਕੂਲਰ ਲਾਤਾ, ਠੀਕ ਹੈ। ਵਾਟਰ ਕੂਲਰ ਹੈ ਤਾਂ ਸਾਰੇ ਲੋਕਾਂ ਵਾਸਤੇ ਸਮਾਜਿਕ ਤੌਰ 'ਤੇ ਕੰਮ ਆਊਗਾ, ਐਂ ਤਾਂ ਹੈ ਨਹੀਂ ਕਿਸੇ ਬੰਦੇ ਦੀ ਪਰਸਨਲ ਪ੍ਰੋਪਰਟੀ ਹੈ। ਜਾਂ ਕਿਸੇ ਨੇ ਕੋਈ ਮੋਟਰ ਲਾਤੀ ਸਾਂਝੀ ਥਾਂ 'ਤੇ, ਠੀਕ ਹੈ। ਸਾਰੀਆਂ ਆ ਜਾਂਦੀਆਂ ਜਨ ਉਪਯੋਗੀ ਮਤਲਬ ਹੁੰਦੇ ਜਿਹੜੇ ਜਨ ਸੰਖਿਆ ਜਿਹੜੀ ਆਪਣੀ ਜਿੰਨੇ ਲੋਕ ਆਪਾਂ ਰਹਿੰਦੇ ਹਾਂ, ਜੀਵਨ ਵਾਲੇ ਲੋਕ ਹੈ ਜਿਨ੍ਹਾਂ ਜੀਵਨ ਬਤੀਤ ਕਰ ਰਹੇ ਨੇ, ਉਹਨਾਂ ਵਾਸਤੇ ਕੋਈ ਚੀਜ਼ ਲਾਉਣੀ ਸਾਰਿਆਂ ਵਾਸਤੇ ਸਮਾਜਿਕ ਤੌਰ 'ਤੇ ਆ ਜਾਂਦੀ ਹੁੰਦੀ ਹੈ, ਠੀਕ ਹੈ। ਇਸ ਤੋਂ ਬਾਅਦ ਮਨੁੱਖੀ ਅਧਿਕਾਰਾਂ ਦੇ ਵਿੱਚ ਕਿੰਨੇ ਤਰ੍ਹਾਂ ਦੇ ਅਧਿਕਾਰ ਸ਼ਾਮਲ ਹੁੰਦੇ ਹਨ ਬੱਚੋ। ਇਹ ਹਿਊਮਨ ਰਾਈਟਸ ਦੀ ਗੱਲ ਕਰ ਰਿਹਾ ਹੈਗਾ, ਨਾ ਕਿ ਫੰਡਾਮੈਂਟਲ ਰਾਈਟ ਦੀ, ਠੀਕ ਹੈ। ਫੰਡਾਮੈਂਟਲ ਰਾਈਟ ਤਾਂ ਆਪਣੇ 6 ਹੈ, ਪਰ ਇਹ ਗੱਲ ਕਰ ਰਿਹਾ ਹਿਊਮਨ ਰਾਈਟ ਕਿੰਨੇ ਆਪਣੇ 1 4 3 5। ਅਤੇ ਜਿਹੜੇ ਬੱਚੇ ਨੇ ਇਹਦਾ ਆਨਸਰ ਬੀ ਨੰਬਰ ਆਪਸ਼ਨ ਲੈ, ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਮਨੁੱਖੀ ਅਧਿਕਾਰਾਂ ਦੇ ਵਿੱਚ 4 ਤਰ੍ਹਾਂ ਦੇ ਅਧਿਕਾਰ ਹੁੰਦੇ ਆ, ਠੀਕ ਹੈ। ਇਸ ਤੋਂ ਬਾਅਦ ਸਮਾਜਿਕ ਅਸਮਾਨਤਾ ਤੋਂ ਕੀ ਭਾਵ ਹੈ। ਜਿਹੜੀ ਆਪਣੀ ਸਮਾਜਿਕ ਤੌਰ 'ਤੇ ਅਸਮਾਨਤਾ ਉਹ ਤੋਂ ਕੀ ਭਾਵ ਹੈ। ਅਸਮਾਨਤਾ ਦਾ ਮਤਲਬ ਹੁੰਦਾ ਜਿਹਨੂੰ ਕਿਸੇ ਨੂੰ ਇੱਕੋ ਜਿਹਾ ਨਹੀਂ ਸਮਝਿਆ ਜਾਂਦਾ। ਸਮਾਜ ਦੇ ਵਿੱਚ ਬਰਾਬਰ ਅਧਿਕਾਰ ਨਾ ਹੋਣਾ, ਇੱਕੋ ਜਿਹੇ ਅਧਿਕਾਰ ਹੋਣਾ, ਸਭ ਦਾ ਧਰਮ ਇੱਕ ਹੋਣਾ ਕਿ ਕੋਈ ਨਹੀਂ। ਤਾਂ ਭਾਈ ਸਮਾਜਿਕ ਅਸਮਾਨਤਾ ਦਾ ਭਾਵ ਹੈ ਕਿ ਸਮਾਜ ਦੇ ਵਿੱਚ ਬਰਾਬਰ ਅਧਿਕਾਰ ਨਾ ਹੋਣਾ। ਜਿਹੜੇ ਬੱਚੇ ਨੇ ਇਹਦਾ ਆਨਸਰ ਏ ਨੰਬਰ ਆਪਸ਼ਨ ਲਾਇਆ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈਗਾ, ਠੀਕ ਹੈ ਜੀ। ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਇਹਨਾਂ ਦੇ ਵਿੱਚੋਂ ਕਿਹੜੇ ਮਨੁੱਖ ਅਧਿਕਾਰ ਹਨ, ਕਿਹੜੇ ਮਨੁੱਖ ਦੇ ਅਧਿਕਾਰ ਹਨ ਇਹਨਾਂ ਦੇ ਵਿੱਚੋਂ। ਜੀਵਨ ਦਾ ਅਧਿਕਾਰ, ਇਹ ਤਾਂ ਆਪਾਂ ਨੂੰ ਲਿਖਿਆ ਹੋਇਆ ਰਾਈਟ ਟੂ ਲਾਈਵ, ਰਾਈਟ ਟੂ ਲਾਈਵ ਵੀ ਕਹਿ ਦਿੰਦੇ ਇਹਨੂੰ ਆਪਾਂ, ਠੀਕ ਹੈ। ਇਹ ਆਪਣਾ ਆਉਂਦਾ ਗਾ 19 ਤੋਂ ਲੈ ਕੇ 22 ਦੇ ਵਿੱਚ। ਇਹਦੇ 6 ਭਾਗ ਸੀ, 6 ਭਾਗ ਦੇ ਵਿੱਚ ਰਾਈਟ ਟੂ ਸਪੀਚ, ਰਾਈਟ ਟੂ ਲਾਈਵ ਵਾਹਵਾ ਭਾਗ ਸੀ ਇਹਦੇ ਵਿੱਚ, ਠੀਕ ਹੈ। ਇਹ ਤਾਂ ਹੈਗਾ ਮਨੁੱਖੀ ਗੌਰਵ ਦਾ ਅਧਿਕਾਰ, ਇਹ ਵੀ ਆਪਾਂ ਨੂੰ ਹੈਗਾ ਗਾ ਕਿ ਆਪਾਂ ਨੂੰ ਮਨੁੱਖ ਹੋਣ ਦੇ ਇੱਕ ਅਧਿਕਾਰ ਹੈਗਾ, ਠੀਕ ਹੈ। ਆਪਾਂ ਕਿਸੇ ਨੂੰ ਬੰਦੀ ਬਣਾ ਕੇ ਨਹੀਂ ਰੱਖ ਸਕਦੇ, ਕਿਸੇ ਨੂੰ ਆਪਾਂ ਧੱਕੇ ਨਾਲ ਮਜ਼ਦੂਰੀ ਨਹੀਂ ਕਰਾ ਸਕਦੇ, ਕਿਸੇ ਨੂੰ ਆਪਾਂ ਗੁਲਾਮ ਨਹੀਂ ਬਣਾ ਸਕਦੇ, ਠੀਕ ਹੈ। ਇਹ ਚੀਜ਼ਾਂ ਵੀ ਇਹਦੇ ਵਿੱਚ ਹੀ ਆ ਜਾਂਦੀਆਂ, ਇਹ ਆ ਜਾਂਦੀਆਂ ਰਾਈਟ ਟੂ ਫਰੀਡਮ ਦੇ ਵਿੱਚ ਆ ਜਾਂਦੀਆਂ ਦੋਨੇ ਚੀਜ਼ਾਂ, ਠੀਕ ਹੈ। 19 ਤੋਂ ਲੈ ਕੇ 22 ਦੇ ਵਿੱਚ ਜਿਹੜੇ 19 ਆਰਟੀਕਲ ਇਹਦੇ 22 ਭਾਗ ਹੈਗੇ, ਠੀਕ ਹੈ। ਇੱਕ ਗੱਲ ਇਹ ਯਾਦ ਰੱਖਣੀ ਹੈ, ਇੱਕ ਤੁਹਾਨੂੰ ਕਰਵਾ ਕੇ ਗਿਆ ਸੀ ਆਪਰੇਸ਼ਨ, ਅਤੇ 20 ਅਤੇ 21 ਇਹ ਕਦੇ ਵੀ ਡਿਸਮਿਸ ਨਹੀਂ ਹੁੰਦੇ, ਠੀਕ ਹੈ। ਇਹਦਾ ਆਨਸਰ ਆ ਜਾਊਗਾ ਦੋਵੇਂ, ਇਹ ਦੋਵੇਂ ਮਨੁੱਖ ਅਧਿਕਾਰ ਹਨ, ਠੀਕ ਹੈ। ਮੌਲਿਕ ਅਧਿਕਾਰ, ਵਿਆਹ, ਤਲਾਕ, ਜਾਇਦਾਦ ਸੰਬੰਧੀ ਮੁਕੱਦਮੇ ਕਿਸ ਤਰ੍ਹਾਂ ਦੇ ਮੁਕੱਦਮੇ ਹੁੰਦੇ ਹਨ। ਦੇਖੋ ਕਿਸੇ ਬੰਦੇ ਦਾ ਫੰਡਾਮੈਂਟਲ ਰਾਈਟ ਦਾ ਸ਼ੋਸ਼ਣ ਹੋਇਆ, ਕਿਸੇ ਕੁੜੀ ਨੇ ਕਿਸੇ ਮੁੰਡੇ ਨਾਲ ਲਵ ਮੈਰਿਜ ਕਰਵਾ ਲਈ, ਕਿਸੇ ਪਤੀ ਪਤਨੀ ਦਾ ਤਲਾਕ ਹੋ ਗਿਆ, ਕਿਸੇ ਜਾਇਦਾਦ ਦਾ ਰੌਲਾ ਹੈ। ਇਹ ਸਾਰੇ ਕਿਸ ਤਰ੍ਹਾਂ ਦੇ ਮੁਕੱਦਮੇ ਆ, ਕਹਿੰਦੇ ਦੀਵਾਨੀ ਹੁੰਦੇ ਆ, ਫੌਜਦਾਰੀ ਹੁੰਦੇ ਆ, ਦੋਵੇਂ ਹੁੰਦੇ ਆ, ਕੋਈ ਨਹੀਂ ਹੁੰਦਾ। ਬੱਚੋ ਜਿਹੜੇ ਇਹੋ ਜਿਹੇ ਕੇਸ ਆ ਜਾਣ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਪਾਉਣੇ ਹੈਗੇ ਦੀਵਾਨੀ ਕੈਟਾਗਰੀ ਦੇ ਵਿੱਚ। ਆਪਾਂ ਸ਼ੁਰੂ ਤੋਂ ਪੜ੍ਹਦੇ ਹੁੰਦੇ ਮੁਕੱਦਮੇ ਕਿੰਨੇ ਤਰ੍ਹਾਂ ਦੇ ਹੁੰਦੇ ਆ। ਮੁਕੱਦਮੇ 2 ਤਰ੍ਹਾਂ ਦੇ ਹੁੰਦੇ ਆ, ਕਿਹੜੇ ਦੀਵਾਨੀ ਅਤੇ ਫੌਜਦਾਰੀ। ਦੀਵਾਨੀ ਦੇ ਵਿੱਚ ਤਾਂ ਦੀਵਾਨਾਪਣ ਹੋ ਜਾਂਦਾ, ਵਿਆਹ ਹੋ ਗਿਆ, ਤਲਾਕ ਹੋ ਗਿਆ, ਲਵ ਮੈਰਿਜ ਹੋ ਗਈ, ਜਾਇਦਾਦ ਹੋ ਗਈ, ਦੀਵਾਨਾਂ ਵਾਲੇ ਕੰਮ ਆ ਸਾਡੇ, ਠੀਕ ਹੈ। ਇਹ ਆ ਜਾਣਗੇ ਆਪਣੇ ਇਹ ਚੀਜ਼ਾਂ ਦੇ ਵਿੱਚ, ਤਾਂ ਇਹ ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆਨਸਰ ਹੈ। ਹਾਈ ਕੋਰਟ ਦੇ ਮੁਕੱਦਮੇ ਵਿਰੁੱਧ ਕਿੱਥੇ ਅਪੀਲ ਕੀਤੀ ਜਾ ਸਕਦੀ ਹੈ, ਤੁਹਾਨੂੰ ਕਰਵਾਇਆ ਹੋਇਆ। ਸਭ ਤੋਂ ਪਹਿਲਾਂ ਆਉਂਦੀ ਹੁੰਦੀ ਆਪਣੀ ਡਿਸਟ੍ਰਿਕਟ ਕੋਰਟ। ਡਿਸਟ੍ਰਿਕਟ ਕੋਰਟ ਦੇ ਵਿੱਚ ਮੰਨ ਲਓ ਆਪਾਂ ਕੇਸ ਕੀਤਾ, ਆਪਾਂ ਇੱਥੋਂ ਕੇਸ ਹਾਰ ਗਏ, ਫਿਰ ਆਪਾਂ ਕਿੱਥੇ ਅਪੀਲ ਕਰਾਂਗੇ ਜਾ ਕੇ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ। ਹਾਈ ਕੋਰਟ ਆਉਂਦੀ ਹੈ ਆਰਟੀਕਲ 214 ਦੇ ਵਿੱਚ। ਇਹ ਆਰਟੀਕਲ ਵੀ ਯਾਦ ਰੱਖਣਾ ਹੈ। ਮੰਨ ਲਓ ਆਪਾਂ ਹਾਈ ਕੋਰਟ ਦੇ ਵਿੱਚੋਂ ਵੀ ਕੇਸ ਹਾਰ ਗਏ, ਫਿਰ ਆਪਣੀ ਐਂਡ 'ਤੇ ਜਿਹੜੀ ਉਮੀਦ ਹੁੰਦੀ ਹੈ ਉਹ ਹੁੰਦੀ ਹੈ ਆਪਣੀ ਸੁਪਰੀਮ ਕੋਰਟ 'ਤੇ। ਸੁਪਰੀਮ ਕੋਰਟ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ, ਆਰਟੀਕਲ 124 ਦੇ ਵਿੱਚ ਆਉਂਦੀ ਹੈ, ਠੀਕ ਹੈ ਜੀ। ਜੇ ਆਪਾਂ ਹਾਈ ਕੋਰਟ ਤੋਂ ਕੇਸ ਹਾਰਦੇ ਹਾਂ ਤਾਂ ਆਪਾਂ ਸੁਪਰੀਮ ਕੋਰਟ ਦੇ ਵਿੱਚ ਕੇਸ ਕਰਾਂਗੇ, ਜੇ ਆਪਾਂ ਡਿਸਟ੍ਰਿਕਟ ਕੋਰਟ ਤੋਂ ਕੇਸ ਹਾਰਦੇ ਫਿਰ ਆਪਾਂ ਹਾਈ ਕੋਰਟ ਦੇ ਵਿੱਚ ਕੇਸ ਕਰਾਂਗੇ। ਇਹਨਾਂ ਨੇ ਪੁੱਛਿਆ ਕਿ ਹਾਈ ਕੋਰਟ ਦੇ ਬਾਅਦ ਆਪਾਂ ਕਿੱਥੇ ਅਪੀਲ ਕਰਾਂਗੇ, ਆਪਾਂ ਅਪੀਲ ਕਰਾਂਗੇ ਜੀ ਜ਼ਿਲ੍ਹਾ ਕੋਰਟ, ਹਾਈ ਕੋਰਟ ਦੇ ਦੂਜੇ ਸਾਧਨ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਕੋਈ ਨਹੀਂ ਤਾਂ ਆਪਾਂ ਸੁਪਰੀਮ ਕੋਰਟ ਦੇ ਵਿੱਚ ਕੇਸ ਕਰਾਂਗੇ।
बच्चों लैक्चर जरूर दस्या करो कमेंट करके किवें लग्या तुहानूं, ठीक है। फिर ही मैं हौसला हुंदा बंदे नूं करवाउण दा। हो सकता आपां कोई फीस तो कदे मंगी नहीं, ठीक है, ना कदे मंगनी है, भलाई दे काम कर रहे हैं। देखो एड्डी कोई कमाई वाला काम नहीं हैगा। जिवें आह वीडियो बना रहा कि ये कोई बाहले व्यू नहीं आते पुत्रो, मैनूं पता कि स्टूडेंट सारे 2500 तो लैके 3000 तक स्टूडेंट देखते, ये कोई बाहले रुपये नहीं बनते। ये गल ध्यान रख लो, ठीक है। एक बस सेवा निभा रहा गा कि किसी भी बच्चा जो लोड़ बनता गा, ठीक है, 2500 2000। मैनूं तो यह होंदा कि भावें यार 2 बच्चे होण, मैनूं भी रिक्वेस्ट करनगे, मैं उन्होंने भी पढ़ाऊँगा, ठीक है। तो SSC वाले भी लैक्चर लावांगे भाई। अज बहुत बच्चों ने उन्होंने मैनूं प्रॉब्लम हुई पई सी थोड़ी जी, आपदा कोई पर्सनल काम सी मेरा, ठीक है जी। तो देखो जिला अदालत के फैसले विरुद्ध अपील कित्थे कीती जा सकती है, हुणी करवा के गया भाई मैं। जे तां आपां डिस्ट्रिक्ट कोर्ट, जिला कोर्ट में डिस्ट्रिक्ट कोर्ट कहते हैं, हारदे तां आपां हाई कोर्ट दे विच केस करांगे। जे आपां हाई कोर्ट दे विच करदे सुप्रीम कोर्ट दे विच, ते सुप्रीम कोर्ट का फैसला हुंदा जिहड़ा वो अंतिम फैसला हुंदा, ये गल भी याद रखनी है, ठीक है। तो जिला अदालत आप हाई कोर्ट के करांगे, सही गल है, ठीक है। जिला कोर्ट के भी नहीं करांगे, हाई कोर्ट 2 ऑप्शन पे ए भी ला दो चाहे C भी ला दो, दोनों सही हैगी, ठीक है। इस तो बाद आ गया अपने को अगला प्रश्न, कहते गाली गलोच ਅਤੇ मारधाड़ संबंधी मुकदमे किहड़े विच जाते हैं, हाई कोर्ट, जिला कोर्ट, फौजदारी के दीवानी कोर्ट। देखो गाली गलोच ਅਤੇ मारधाड़ का माड़ा मोटा होंदा कि कोई मतलब बाहली डूंगी सੱਟ नहीं बजी, नॉर्मली चीज़ां हैगियां। देखो दीवानी में जा ही नहीं सकदियां, दीवानी के तुहाडे आम आ जाते जिवें तलाक, ब्याह, फंडामेंटल राइट, ये चीज़ां आ जांदियां। हाई कोर्ट के आपां जा ही नहीं सकते क्योंकि हजे गाली गलोच ही होएगा, एडे कामां वास्ते आपां हाई कोर्ट जां जिला कोर्ट के नहीं जाते होंदे। तो ये वास्ते एक अलग होंदियां किहड़ियां, फौजदारी, ठीक है। ए नंबर ऑप्शन लाया जिहड़े बच्चे उन्होंने आंसर सही तरह। मुकदमे किन्ने तरह के होंदे हन, मुकदमे होंदे जिहड़े वो किन्ने तरह के होंदे आ, फौजदारी, दीवानी, दोवें कि कोई नहीं। तो ये तुहानूं हुणी दस के गया सी मैं कि भाई जिहड़े भी मुकदमे होंदे हैं 2 तरह के होंदे आ, फौजदारी ते दीवानी। फौजदारी दे विच की आ जांदा लड़ाई झगड़ा, गाली गलोच, इधर ब्याह शादी, फंडामेंटल राइट, ठीक है जी। ਭਾਰਤ ਦੇ ਵਿੱਚ ਨਿਆਂਪਾਲਿਕਾ ਦੀ ਸਭ ਤੋਂ ਉੱਚੀ ਅਦਾਲਤ ਕਿਹੜੀ ਹੈ, ਨਿਆਂਪਾਲਿਕਾ ਕਿਹੜੀ ਹੁੰਦੀ ਹੈ ਭਾਈ, ਜਿਹੜੀ ਆਪਾਂ ਨੂੰ ਨਿਆਂ ਦਿੰਦੀ ਹੈ, ਠੀਕ ਹੈ। ਨਿਆਂਪਾਲਿਕਾ ਦੀ ਸਭ ਤੋਂ ਉੱਚੀ ਅਦਾਲਤ ਕਿਹੜੀ ਹੈ, ਸਰਵਉੱਚ ਅਦਾਲਤ, ਹਾਈ ਕੋਰਟ, ਜ਼ਿਲ੍ਹਾ ਕੋਰਟ ਕਿ ਸੰਸਦ। ਇਹਨੇ ਪੁੱਛੇ ਅਦਾਲਤ ਤਾਂ ਸੰਸਦ ਦਾ ਸਿੱਧੀ ਕੱਟਿਆ ਗਿਆ। ਜ਼ਿਲ੍ਹਾ ਕੋਰਟ ਸਭ ਤੋਂ ਉੱਚੀ ਹੋ ਹੀ ਨਹੀਂ ਸਕਦੀ, ਹਾਈ ਕੋਰਟ ਵੀ ਨਹੀਂ ਹੋ ਸਕਦੀ, ਸਭ ਤੋਂ ਉੱਚੀ ਹੈਗੀ ਸਰਵਉੱਚ ਅਦਾਲਤ, ਜਿਹਨੂੰ ਆਪਾਂ ਸੁਪਰੀਮ ਕੋਰਟ ਕਹਿ ਦਿੰਦੇ ਹਾਂ। ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ ਸੁਪਰੀਮ ਕੋਰਟ, ਇਹ ਹੁੰਦੀ ਹੈ ਆਰਟੀਕਲ 124 ਦੇ ਵਿੱਚ, ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ ਹੈ। सरकार का किहड़ा अंग लोकां नूं न्याय दिंदा है, संसद न्याय दिंदी है, नो। राजपाल नो। मुख्यमंत्री नो। तो न्यायपालिका, न्यायपालिका दे विच सुप्रीम कोर्ट, हाई कोर्ट, डिस्ट्रिक्ट कोर्ट, ये सारे आ जाते हैं, ठीक है जी। ये गल याद रखनी है, सरकार का किहड़ा अंग लोकां नूं न्याय दिंदा गा, तो भाई ये जिहड़ा अंग है सरकार का, ये न्याय दिंदा गा आपां नूं न्यायपालिका। इस तो बाद अज दे आपां लास्ट ऑपरेशन की गल करते हैं। इन्हां दे विचों सरकार दे किहड़े अंग हन, सरकार के किहड़े किहड़े इन्हां दे विचों अंग है, विधानपालिका हैगा जी अंग, कार्यपालिका जिन्हें आप एक्सिक्यूटिव कह दिंदे हैं, न्यायपालिका जिन्हें जुडिशरी कह दिंदे हैं, ठीक है। ये तिन्ने भाई सरकार के अंग है। पुछ सकते कि सरकार के किन्ने अंग होंदे आ, सरकार के होंदे 3 अंग। पहला विधानपालिका, ठीक है, एक न्यायपालिका, एक कार्यकारी, ठीक है। 3 अंग होंदे, 3 अंगां दे नाम भी याद रखने हैं। कई बार एक मिसिंग भी कर सकते हैं, कह सकते कि तीजा किहड़ा गा, ठीक है। तो एक गल ध्यान रखने, 20 दे 20 MCQ तुहानूं करवाते भाई मैं, ठीक है। आपदे खुद के बनाए हुए अपने नोट्स है ये, तो देख लो भाई, एक बार दोबारा निगाह मार लो। इन्नी गारंटी है सिलैक्शन की तुहाडी दी, ठीक है। होर ज़्यादा गारंटी नहीं, सिलैक्शन की गारंटी लैना। जिहड़े बच्चे ने लैक्चर ला ले तो उन्होंने सिलैक्शन, उन्होंने भर्ती होने तो कोई नहीं रोक सकता, ठीक है जी। ये तुहाडे नाल वादा गा, तुहानूं भर्ती करा के फिर ही साह लवांगे आपां, ठीक है जी। तो सारे बच्चों ने ध्यान नाल लैक्चर ला लेना है, तो PDF तुहानूं मैं प्रोवाइड करवा दूँगा। तो भाई ये एक ना मैं पंजाब पुलिस वाले वास्ते लैक्चर लाए सी उहदे साइंस दे, तो वो लैक्चर तुहाडे भी काम दे, वो लैक्चर भी तुसीं ला लिओ भाई अज, ठीक है। 2 तुहानूं भाई डैमो क्लासां दे दित्तियां मैं, ठीक है। एक कल दित्ती सी डैमो क्लास, एक मैं अज देती। तो जे तुहानूं वधिया लगे मैं कमेंट दे विच जरूर दस्सिओ। फिर मैं तुहाडा अज शाम नूं होम बेस्ड हॉस्पिटल का एक लैक्चर ला दूँगा, तो एक साइंस का ला दूँगा, ठीक है। तो दसो क्योंकि आप सिलेबस जल्दी जल्दी निबेड़ के फिर रिवीजन मॉक टैसट ला दिया करिए ये आपां, तो अपना वधिया पेपर क्लीयर हो जाऊगा। वधिया जॉब आ पुत्रो ये देखो, तनख्वाह घट्टो घट्ट ये हैगी है ना वाली 20,000 रुपया तनख्वाह महीने की लगन सार,
ਇਸ ਤੋਂ ਬਾਅਦ ਤੁਹਾਡੀ 4-5 ਸਾਲਾਂ ਬਾਅਦ, ਕਿਉਂਕਿ ਤੁਸੀਂ ਇਹ ਤਾਂ ਹੈ ਨਹੀਂ ਕਿ ਤੁਸੀਂ 8 ਹੀ ਪੜ੍ਹੇ ਹੋ, ਕੋਈ ਬੱਚਾ ਨਹੀਂ ਹੋਣਾ ਜਿਹੜਾ 8ਵੀਂ ਵਾਲਾ ਹੋਊਗਾ ਇਹਦੇ ਵਿੱਚ। ਸਿਰਫ 8ਵੀਂ ਦਾ ਇਹਨਾਂ ਨੇ ਇੱਕ ਭਰਾ ਲਈ ਸੀ ਆਪਾਂ ਤੋਂ। ਬੱਚੇ ਇੱਥੇ ਮਿਲਣਗੇ ਜਿਹੜੇ ਤੁਹਾਨੂੰ ਭਾਈ, ਉਹ ਮਿਲਣਗੇ ਘੱਟੋ ਘੱਟ ਤੁਹਾਨੂੰ BA ਵਾਲੇ, ਠੀਕ ਹੈ, ਤਾਂ +2 ਵਾਲੇ। ਤਾਂ ਦੇਖੋ, ਜਦੋਂ ਤੁਸੀਂ ਅੱਜ ਬਾਰਡ ਅਟੈਂਡੈਂਟ ਭਰਤੀ ਹੁੰਦੇ ਹੋ ਤਾਂ ਤੁਹਾਡੀ ਪ੍ਰਮੋਸ਼ਨ ਹੋ ਕੇ ਤੁਸੀਂ ਥੋੜ੍ਹੇ ਕੁ ਦਿਨਾਂ ਤੱਕ 3-4 ਸਾਲਾਂ ਦੇ ਵਿੱਚ ਅਸਿਸਟੈਂਟ ਵੀ, ਮਤਲਬ ਜੂਨੀਅਰ ਕਲਰਕ ਬਣ ਸਕਦੇ ਹੋ, ਠੀਕ ਹੈ, ਲੈਬੋਰਟਰੀਅਨ ਲਾਇਬ੍ਰੇਰੀ ਦੇ ਵਿੱਚ ਲੱਗ ਸਕਦੇ ਹੋ। ਬਹੁਤ ਸਾਰੇ ਕੰਮ ਹੁੰਦੇ ਕਰਨ ਵਾਸਤੇ, ਠੀਕ ਹੈ। ਹਮੇਸ਼ਾ ਇਹ ਨਾ ਸਮਝੋ ਕਿ ਕੋਈ ਨੌਕਰੀ ਛੋਟੀ ਹੈ, ਕੋਈ ਨੌਕਰੀ ਵੱਡੀ ਹੈ। ਤਨਖਾਹ ਤੱਕ ਮਤਲਬ ਰੱਖਿਆ ਕਰੋ, ਪੈਸੇ ਤੱਕ ਮਤਲਬ ਰੱਖਿਆ ਕਰੋ। ਲੋਕਾਂ ਦਾ ਜਲੂਸ ਨਿਕਲਿਆ ਪਿਆ ਅੱਜ ਦੇ ਟਾਈਮ ਦੇ ਵਿੱਚ, ਕਿਸੇ ਕੋਲ ਜੇਬ 'ਚ 1 ਰੁਪਈਆ ਨਹੀਂ, ਠੀਕ ਹੈ। ਪ੍ਰਾਈਵੇਟ ਕੰਮ ਕਰਨ ਨਾਲੋਂ ਕਿਤੇ 1000 ਗੁਣਾ ਚੰਗਾ ਜੋਬ ਆ ਇਹ। ਅਤੇ ਅੱਧੇ ਬੱਚੇ ਪੁੱਛ ਰਹੇ ਸੀ ਇਹਦੇ ਫਾਰਮ ਭਰ ਸਕਦੇ ਅਸੀਂ? ਨਹੀਂ ਪੁੱਤਰੋ, ਇਹਦੇ ਫਾਰਮ ਤੁਸੀਂ ਨਹੀਂ ਭਰ ਸਕਦੇ। ਇਹ ਉਹਨਾਂ ਬੱਚਿਆਂ ਨੇ ਜਿਹੜੇ 2019 'ਚ ਫਾਰਮ ਭਰ ਚੁੱਕੇ ਆਲਰੇਡੀ, ਠੀਕ ਹੈ। 1.5 ਲੱਖ ਬੱਚੇ ਜਿਹਨੇ ਇਹਦੇ ਫਾਰਮ ਭਰੇ ਹੈਗੇ, ਠੀਕ ਜੀ। ਅਤੇ ਚਲੋ ਜੀ, ਅੱਜ ਦੀ ਆਪਣੀ ਲੈਕਚਰ ਦੀ ਸਮਾਪਤੀ ਇੱਥੇ ਕਰਦੇ ਹਾਂ। ਜੇ ਕਿਸੇ ਬੱਚੇ ਨੂੰ ਕੋਈ ਸਮਝ ਨਾ ਆਈ ਤਾਂ ਮੈਨੂੰ ਦੱਸ ਦਿਓ, ਅਤੇ ਜਿਹੜੇ PDF ਤੁਹਾਨੂੰ ਮੈਂ ਪ੍ਰੋਵਾਈਡ ਕਰਵਾਉਂਦਾ ਰਹੂੰਗਾ। ਆਪਣੇ ਐਂ ਨਾ ਬੱਚੇ ਬਾਹਲੇ ਆ, ਫਿਰ ਆਪਾਂ ਨਾ ਪਹਿਲਾਂ ਹੀ ਟੈਲੀਗ੍ਰਾਮ ਗਰੁੱਪ 'ਚ ਛੱਡ ਦਿਆ ਕਰਾਂਗੇ ਆਪਾਂ, ਠੀਕ ਹੈ। ਉਸੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਹੀ ਐਡ ਹੋ ਜਾਓ। ਜਿਹੜੇ ਬੱਚੇ ਨਵੇਂ ਉਹਨਾਂ ਨੂੰ ਵੀ ਡਿਸਕ੍ਰਿਪਸ਼ਨ ਦੇ ਵਿੱਚ ਅੱਜ ਲਿੰਕ ਦੇ ਦਿੰਦਾ। ਬਾਕੀ ਜਿਹੜੇ ਬੱਚਿਆਂ ਨੂੰ ਲਿੰਕ ਬਾਰੇ ਨਹੀਂ ਪਤਾ ਤਾਂ ਤੁਸੀਂ ਕੀ ਕਰਨਾ ਗਾ, ਤੁਸੀਂ ਐਂ ਕਰਿਓ, ਜਿਹੜੇ ਬੱਚੇ ਨਵੇਂ ਹੈ ਤੁਸੀਂ ਨਾ ਫ੍ਰੀ ਪੰਜਾਬ ਐਗਜ਼ਾਮ ਸਟੱਡੀ, ਜਿਹੜਾ ਥੱਲੇ ਤੁਹਾਨੂੰ ਥੰਬਨੇਲ ਨਹੀਂ ਲਿਖਿਆ ਦਿੰਦਾ, ਆਹ ਲਿਖਿਆ ਹੋਇਆ ਗਾ ਫ੍ਰੀ ਪੰਜਾਬ ਐਗਜ਼ਾਮ ਸਟੱਡੀ, ਆਹੀ ਚੀਜ਼ ਦੇਖੋ ਥੱਲੇ ਦਿਸੀ ਜਾਂਦਾ ਗਾ, ਆਹ ਨਾਮ ਆ ਰਿਹਾ ਜਿਹੜਾ। ਅਤੇ ਇਹੀ ਤੁਸੀਂ ਬੱਚੋ ਕੀ ਕਰਨਾ ਗਾ, ਇਸੇ ਨਾਮ ਨੂੰ ਹੀ ਚੰਗੀ ਤਰ੍ਹਾਂ WhatsApp ਉਹਦੇ ਟੈਲੀਗ੍ਰਾਮ ਐਪ ਡਾਊਨਲੋਡ ਕਰ ਲਿਓ। ਜਿਹੜੇ ਬੱਚੇ ਨਵੇਂ ਹੈ ਉਹਦੇ 'ਤੇ ਜਦੋਂ ਤੁਸੀਂ ਜਾਓਗੇ ਤਾਂ ਉੱਥੋਂ ਤੁਸੀਂ ਡਾਊਨਲੋਡ ਕਰ ਲਿਓ ਐਪ, ਅਤੇ ਉਹਦੇ ਵਿੱਚ ਆਪਣਾ ਨਾਮ ਫਿਲ ਕਰ ਦਿਓ ਤਾਂ ਆਪਣਾ ਚੈਨਲ ਆ ਜਾਊਗਾ। ਚੈਨਲ ਦੇ ਜਦੋਂ ਵੀ ਤੁਸੀਂ ਐਂਟਰ ਕਰੋ ਥੱਲੇ ਆ ਜਾਊਗਾ ਜੁਆਇਨ ਦਾ ਬਟਨ, ਜੇ ਜੁਆਇਨ ਕਰੋਗੇ ਉੱਥੇ ਆਟੋਮੈਟਿਕ ਵਿੱਚ ਐਡ ਹੋ ਜਾਊਗੇ। ਉੱਥੇ ਤੁਹਾਨੂੰ ਸਾਰਿਆਂ ਨੂੰ ਮੈਂ PDF ਪ੍ਰੋਵਾਈਡ ਕਰਵਾ ਦਿਆ ਕਰੂੰਗਾ, ਠੀਕ ਹੈ ਜੀ। PDF ਭਾਈ ਤੁਹਾਨੂੰ ਮਿਲਿਆ ਕਰਨਗੇ ਪਰ 3-4 ਦਿਨ, ਇਹ ਗੱਲ ਯਾਦ ਰੱਖਣੀ ਹੈ। ਅੱਜ ਵੀ ਨਹੀਂ ਕਰਨੀ, ਵੀਡੀਓ ਧਿਆਨ ਨਾਲ ਦੇਖਣੀ, ਇਸ ਤੋਂ ਬਾਅਦ ਤੁਹਾਨੂੰ PDF ਪ੍ਰੋਵਾਈਡ ਕਰਵਾ ਦਿਆ ਕਰੂੰਗਾ, ਓਕੇ ਜੀ। ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੈ, ਬਾਕੀ ਬੱਚੇ ਕਹਿ ਰਹੇ ਸੀ ਸਰ ਸਾਨੂੰ ਬਾਰਡ ਅਟੈਂਡੈਂਟ ਦਾ ਕੰਮ ਦੱਸੋ ਕੀ ਹੁੰਦੇ ਆ, ਉਹਦੀ ਵੀਡੀਓ ਤੁਹਾਨੂੰ ਮੈਂ ਇੱਕ ਸਪੈਸ਼ਲ ਬਣਾ ਦਿੰਦਾ ਅੱਜ, ਠੀਕ ਹੈ, ਉਹ ਦੇਖ ਲਿਓ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ ਭਾਈ।